ਤੇ ਪੰਜਾਬ ਪੁਲਿਸ ਨੇ ਕੱਲ ਜਿਹੜਾ ਹੈਗਾ ਸ਼ੁਭਦੀਪ ਸਿੰਘ ਮਰਡਰ ਕੇਸ ਦੇ ਵਿੱਚ 3 ਗ੍ਰਿਫਤਾਰੀਆਂ ਕੀਤੀਆਂ। ਦੀਪਕ ਏਲੀਆਸ ਮੁੰਡੀ, ਕਪਿਲ ਪੰਡਿਤ, ਰਜਿੰਦਰ ਜੋਕਰ। ਇਹਨਾਂ ਨੂੰ ਇੰਡੋ ਨੇਪਾਲ ਬਾਰਡਰ ਦੀ ਚੈੱਕ ਪੋਸਟ BOP ਪਾਣੀ ਟੈਂਕੀ ਪੁਲਿਸ ਸਟੇਸ਼ਨ ਖਾਰੀਬਾੜੀ ਦਾਰਜਲਿੰਗ ਡਿਸਟ੍ਰਿਕਟ ਦੇ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਜੁਆਇੰਟ ਆਪਰੇਸ਼ਨ ਸੈਂਟਰਲ ਏਜੰਸੀਜ਼ ਤੇ ਦਿੱਲੀ ਪੁਲਿਸ ਦੇ ਨਾਲ ਕੀਤਾ ਗਿਆ ਤੇ ਦਿੱਲੀ ਪੁਲਿਸ ਦੀ ਵੀ ਟੀਮ ਉੱਥੇ ਸੀਗੀ। ਸੋ ਆਈ ਥੈਂਕ ਕਮਿਸ਼ਨਰ ਆਫ ਪੁਲਿਸ ਦਿੱਲੀ and Delhi Police Special Cell for cooperating with us in this operation। ਤੇ ਇਹ ਜੁਆਇੰਟ ਆਪਰੇਸ਼ਨ ਜਿਹੜਾ ਸਾਡੀ ਟੀਮ AIG ਗੁਰਮੀਤ ਚੌਹਾਨ, AIG ਸੰਦੀਪ ਗੋਇਲ, DSP ਵਿਕਰਮ ਬਰਾੜ ਇੱਥੋਂ ਅਸੀਂ ਡਿਸਪੈਚ ਕੀਤੀ ਸੀ AGTF ਦੀ ਟੀਮ ਅੰਡਰ ਦੀ ਸੁਪਰਵਿਜ਼ਨ ਆਫ ਮਿਸਟਰ ਪ੍ਰਮੋਦ ਬਾਨ। ਸੋ ਇਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜੀ ਤੇ ਇਹ ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਆਰਡਰਾਂ ਤੇ ਪੰਜਾਬ ਨੂੰ ਗੈਂਗਸਟਰਸ ਤੇ ਕ੍ਰਾਈਮ ਤੋਂ ਫ੍ਰੀ ਕਰਨ ਦੀ ਜਿਹੜੀ ਡਰਾਈਵ ਹੈਗੀ ਇਹ ਜਾਰੀ ਰਹੂਗੀ। ਵਿਦ ਥੀਸ ਅਰੈਸਟ ਸ਼ੁਭਦੀਪ ਮਰਡਰ ਕੇਸ ਦੇ ਵਿੱਚ ਹੁਣ 23 ਗ੍ਰਿਫਤਾਰੀਆਂ ਹੋ ਗਈਆਂ। ਟੋਟਲ 35 ਅਕਿਊਜ਼ਡ ਨੋਮੀਨੇਟਡ ਹੈਗੇ ਤੇ 2 ਅਕਿਊਜ਼ਡ ਜਿਹੜੇ ਉਹ ਲਾਈਵ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਚੁੱਕੇ ਹੈ। ਇੱਕ ਅਕਿਊਜ਼ਡ ਸਚਿਨ ਬਿਸ਼ਨੋਈ ਅਸੀਂ ਆਈਡੈਂਟੀਫਾਈ ਕਰਕੇ ਸੈਂਟਰਲ ਏਜੰਸੀਜ਼ ਦੀ ਹੈਲਪ ਦੇ ਨਾਲ ਅਜ਼ਰਬੈਜਾਨ ਦੇ ਵਿੱਚ ਉਹਨੂੰ ਡਿਟੇਨ ਕਰਾਇਆ ਹੈ ਤੇ ਦੇਰ ਇਜ਼ ਇਨਪੁਟ ਅਬਾਊਟ ਅਨਦਰ ਅਕਿਊਜ਼ਡ ਜਿਹੜਾ ਪਰਸੂ ਕੀਤਾ ਜਾ ਰਿਹਾ ਹੈ। ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਇਹ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ। ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ। ਹੀ ਵਾਜ਼ ਆਲਸੋ ਮਾਸਟਰਮਾਈਂਡ ਆਫ ਦੇਅਰ ਐਸਕੇਪ ਪਲਾਨ। ਸੋ ਮੋਸਟਲੀ ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ, ਰਾਜਸਥਾਨ, UP ਤੋਂ ਹੁੰਦੇ ਹੋਏ ਦੇ ਰੀਚਡ ਵੈਸਟ ਬੰਗਾਲ। ਇਹਨਾਂ ਦੀ ਪਲੈਨਿੰਗ ਸੀਗੀ ਕਿ ਨੇਪਾਲ ਦੇ ਥਰੂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ, ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਠਮੰਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ ਐਸਕੇਪ ਦਾ ਪਲਾਨ ਸੀਗਾ। ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ। ਤੋ ਇਹਨਾਂ ਨੇ ਕਾਫੀ ਇਲੈਬੋਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਟ ਅ ਲੋਟ ਆਫ ਟਾਈਮ ਇਨ ਮੁੰਬਈ। ਤੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਤੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇਨਸੀਡੈਂਟ ਹੈਗਾ। ਸੋ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ, 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ। ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ। ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ along with other 3 people were arrested by Delhi police। ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ। ਉਸ ਤੋਂ ਬਾਅਦ ਅਸੀਂ ਅੱਗੇ CCTV ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ। ਉਸ ਤੋਂ ਬਾਅਦ ਦਾ ਰੂਟ ਵਾਜ਼ ਆਈਡੈਂਟੀਫਾਈਡ। ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਜ਼ ਡਨ। ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਈ ਸੀਗੇ। ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਤੇ ਕਾਮਯਾਬੀ ਹਾਸਲ ਕੀਤੀ ਹੈ। ਵੀ ਆਰ ਕਮਿਟਡ ਟੂ ਇਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰਾਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ ਵੀ ਆਰ ਪਰਸੂਇੰਗ ਆਲ ਲੀਡਸ। ਇਹ ਸ਼ੁਰੂ ਤੋਂ ਹੀ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਲੀਡਸ ਨੂੰ ਫੋਲੋ ਕਰਦੇ ਹੋਏ ਇਨਵੈਸਟੀਗੇਸ਼ਨ ਚੱਲੀ ਹੈ ਤੇ ਕੜੀ ਬਦਰ ਕੜੀ ਵਾਰੀ ਕਰਕੇ ਇੱਕ ਬੰਦਾ ਭਾਵੇਂ ਉਹ ਰੈਕੀ ਕਰਨ ਵਾਲਾ ਸੀਗਾ, ਭਾਵੇਂ ਉਹ ਐਕਚੁਅਲ ਸ਼ੂਟਰ ਸੀਗੇ, ਭਾਵੇਂ ਦੂਜੇ ਸਪੋਰਟ ਪ੍ਰੋਵਾਈਡਰ ਸੀਗੇ, ਹਰ ਇੱਕ ਨੂੰ ਅਰੈਸਟ ਕੀਤਾ ਗਿਆ ਵਿਦ ਐਗਜ਼ੈਕਟ ਰੋਲ ਹਰ ਇੱਕ ਦਾ ਕੀ ਹੈ ਉਹਨੂੰ ਡਿਫਾਈਨ ਕਰਕੇ ਉਹਨੂੰ ਚਾਰਜਸ਼ੀਟ ਫਾਈਲ ਕੀਤੀ ਜਾ ਚੁੱਕੀ ਹੈ। ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਵੀ ਤੇ ਬਾਕੀ ਹੋਰ ਏਜੰਸੀਜ਼ ਵੀ ਲੱਗੇ ਹੋਏ ਸੀਗੇ। So we got the follow-up leads on that. So our parties went to West Bengal and finally they have arrested and उन्हें वापस लेकर आए थे।
सो इस सारी तफ्तीश के दौरान इट वाज एन इंपॉर्टेंट केस। सारी तफ्तीश के दौरान एज पर गाइडेंस फ्रॉम सीएम साहब एंड डीजीपी साहब एक एक चीज़ सिलसिलेवार सारी एजेंसीज ਨੂੰ ਨਾਲ ਲੈ ਕੇ ਤੇ ਸਾਰੀ ਏਜੰਸੀਜ਼ ਦੇ ਕੋਆਪਰੇਸ਼ਨ ਦੇ ਨਾਲ ਇਹ ਤਫਤੀਸ਼ ਕੀਤੀ ਗਈ ਹੈ। ਐਂਡ ਆਈ ਐਮ ਵੈਰੀ ਥੈਂਕਫੁਲ ਟੂ ਦ ਹੋਲ ਟੀਮ ਆਫ ਏਜੀਟੀ ਐਂਡ ਡੀ ਸਰ ਐਂਡ ਆਲ ਦੀ ਅਦਰ ਸਟੇਟ ਐਜ਼ ਵੈਲ ਸਿਵਲ ਏਜੰਸੀਜ਼ ਜਿਨ੍ਹਾਂ ਦੀ ਕੋਆਪਰੇਸ਼ਨ ਨਾਲ ਇਹ ਸਾਰਾ ਮਸਲਾ ਹੱਲ ਹੋਇਆ। मैं यह भी दसना चाहूँगा कि सीएम साहब ने रेगुलरली वो केस की मॉनिटरिंग करते थे हर 2 हफ्ते बाद, तो चीफ मिनिस्टर साहब इन्वेस्टिगेशन के रिव्यू करते थे कि विदाउट इंटरफेयरिंग कि असी प्रोफेशनल तरीके नाल इंटरफेरेंस की है, बट देयर वॉज दिस स्ट्रॉन्ग पोलिटिकल विल टू सॉल्व दिस केस एंड टू एस्टैबलिश द रूल ऑफ लॉ बाय इंश्योरिंग जस्टिस। देखो एक दिन कल असी फड़िया है एक कपिल पंडित की इंटरोगेशन के आया, हुण देखो संतोष यादव भी फड़िया जा चुका महाराष्ट्र तो, ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ, ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ। ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜ਼ਰ ਦਿੱਤੀ ਹੈ ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬਰੇਟਡ, ਮਤਲਬ ਅਸੀਂ 100% ਉਸ ਤੇ ਯਕੀਨ ਨਹੀਂ ਕਰ ਸਕਦੇ, ਤੇ ਅਸੀਂ ਦੂਜਿਆਂ ਨੂੰ ਲਾਵਾਂਗੇ, ਇੰਟਰੋਗੇਸ਼ਨ ਕਰਾਂਗੇ, ਨਿਸ਼ਾਨਦੇਹੀ ਕਰਾਵਾਂਗੇ, ਜੇ ਲੋੜ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ। ਤੇ ਹਾਲੇ ਇਟ ਇਜ਼ ਵੈਰੀ ਪ੍ਰੀਲਿਮਿਨਰੀ ਡਿਸਕਲੋਜ਼ਰ ਜੀ। ਸਟੇਟਾਂ 'ਚ ਰਹੇ ਹੈਗੇ ਨਾ ਦੀਪਕ ਤੇ ਇਹ ਇਕੱਠੇ ਸੀਗੇ ਜੀ, ਦੀਪਕ ਐਂਡ ਕਪਿਲ ਵਰ ਟੁਗੇਦਰ। हरियाणा देखो दे आर शिफ्टिंग टुवर्ड्स वेस्ट बंगाल, राजस्थान, हरियाणा, यूपी, बिहार एंड वेस्ट बंगाल ब्रॉडली इस एक सुनियोजित तरीके नाल प्लैंड तरीके नाल उस बॉर्डर आउटपोस्ट तक पहुँचे सी जी। नहीं असी देखो जी सप्लीमेंटरी चार्जशीट फाइल करांगे, अदरवाइज इट इज़ वेरी क्लीयर कि गोल्डी जिहड़ा हैगा वो लिंच पिन, चलो मतलब मैं लोड़ तो वध क्रेडिट गोल्डी नूं भी नहीं दिंदा क्योंकि ये कई कड़ियाँ जुड़ियाँ हैगी, पर मेनली मतलब वो अगे कन्वे जावे इन्हां दा उरे नैटवर्क हैगा, टैलीफोन ते इन टच होंदे हैं, ताई असी जिहड़े बंदे पनाह दे रहे हैं, जिहड़े बंदे पैसे दे रहे हैं, असी सारिਆਂ ਨੂੰ नॉमिनेट करके गिरफ्तार कर रहे हैं एंड स्पेसिफाइंग द रोल ऑफ ईच पर्सन। सारे वेपन्स रिकवर हो चुके हैं या फिर अभी भी कुछ पेंडिंग है? नहीं मैं दस्सिया सीगा ना 23 अक्यूज़ड असी अरेस्ट किए जी, तो 2 अक्यूज़ड न्यूट्रलाइज हो गए जी, तो हुण तक 35 अक्यूज़ड नेम्ड है जी। ਰਿਤੂ ਮੂਸੇਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ, ਕਿ ਬੜਿਆਂ ਦੇ ਗਿਰੇਬਾਨ ਤੱਕ ਹੱਥ ਜਾਓਗੇ ਨਹੀਂ। ਦੇਖੋ ਜੀ ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ, ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ, ਬਟ ਵੀ ਸਟੈਂਡ ਵਿਥ ਹਿਮ ਫੁਲੀ। ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ, ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर योर ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ, ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ, ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ, ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ ਜੀ। सर एक बार कहने वाले फादर के वाइट कॉलर ਨੂੰ ਫੜਨਾ ਹਜੇ ਬਾਕੀ ਹੈ। ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ, ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਨਿਊਜ਼ 18 ਦੇ ਨਾਲ ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹੈ। ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ, ਵਧੀਆ ਕੰਮ ਹੈ, ਲੇਕਿਨ ਜਿਹੜੇ ਵਾਈਟ ਕਾਲਰ ਨੇ ਕਈ ਜਿਹੜਾ ਇਨਡਾਇਰੈਕਟ ਉਹ ਗੱਲ ਕਰ ਰਹੇ ਹਨ, ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰਸ ਦੀ ਗੱਲ ਕਰ ਰਹੇ, ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ? ਅਸੀਂ ਉਹਨਾਂ ਦੇ ਬਿਆਨ ਤੇ ਨਾ ਜੀ ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ, ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ, ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ। ਕਿ ਮੈਂ स्पेसिफिक कमेंट इन्वेस्टिगेशन बारे नहीं दे सकता क्योंकि वो इन्वेस्टिगेशन ऑन गोइंग है उन मुलजिमा बारे जी। सर कुछ सिंगर्स ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਗਏ ਸੀ, ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ, ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ, ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ। ਅਦਰਵਾਈਜ਼ ਹਰ ਐਸਐਸਪੀ ਦਾ, ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਹਰ ਐਸਐਸਪੀ, ਹਰ ਸਬ ਡਿਵੀਜ਼ਨਲ ਡੀਐਸਪੀ, ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇ ਜੀ। ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ, ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ, ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਤਾਲਮੇਲ ਕਰਨਾ। आई रिक्वेस्ट मिस्टर बान टू एलैबोरेट। सी एज पर जैसे डी साहब कह रहे हैं, जब से एजीटीएफ बनी है उदो तो ही ना केवल बड़े गैंगस्टर्स के खिलाफ बल्कि जी सर ने किया हर एक जिले च कौन से लिस्टेड क्रिमिनल्स किहड़े हैगे आ ਉਹਨਾਂ ਦੇ ਖਿਲਾਫ ਕੀ ਕਾਰਵਾਈ ਬਣਦੀ, ਜਿਹੜੇ ਜੇਲ੍ਹ 'ਚ ਬੈਠੇ ਉਹ ਕੀ ਕਰੀ ਜਾ ਰਹੇ, ਉੱਥੋਂ ਉਹਨਾਂ ਦੀ ਕੀ ਐਕਟੀਵਿਟੀ ਹੈਗੀ ਹੈ, ਜੇਲ੍ਹ ਤੋਂ ਲਿਆ ਕੇ ਉਹਨਾਂ ਦੀ ਕੀ ਪੁੱਛਗਿੱਛ ਹੋ ਰਹੀ ਹੈ। हर जिला वार टास्क बढ़ के सारे एसएसपी सारे डीएसपी यही काम कर रहे हैं, एंड वी आर प्रोवाइडिंग टोटल कोऑर्डिनेशन एंड एनालिसिस एज वेल एज ऑल सपोर्ट। सर बार-बार रिंदा ਦਾ ਨਾਂ ਸਾਹਮਣੇ ਆ ਰਿਹਾ ਹੈ, ਬਾਰ-ਬਾਰ ਲੱਡਾ ਦਾ ਨਾਂ ਸਾਹਮਣੇ ਆ ਰਿਹਾ। ਕਿਸੇ ਵੀ ਕੇਸ ਨੂੰ ਅਸੀਂ ਦੇਖ ਲਈਏ ਕਿ ਅੰਮ੍ਰਿਤਸਰ ਵਾਲਾ ਜਿਹੜਾ ਆਈਵੀ ਕੇਸ ਹੋਇਆ ਜਾਂ ਫਿਰ ਕੁਰੂਕਸ਼ੇਤਰ ਵਾਲਾ ਜਿਹੜਾ
ਤੁਸੀਂ ਬੰਦਾ ਫੜਾ ਨਛੱਤਰ ਸਿੰਘ ਮੋਦੀ ਜਾਂ ਹੋਰ ਸੁਖਦੇਵ ਤੇ ਹੋਰ ਹੈਪੀ, ਇਹ ਬਾਰ-ਬਾਰ ਪਾਕਿਸਤਾਨੀ ਜਿਹੜਾ ਰਿੰਦਾ ਬੈਠਾ ਜਾਂ ਫਿਰ ਲੰਡਾ ਦਾ ਫਾਈਨੈਂਸ਼ਲੀ ਜਾਂ ਫਿਰ ਐਕਸਪਲੋਸਿਵ ਇਹਦਾ ਲੈ ਕੇ ਹੁਣ ਕੀ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ? ਕਿਉਂਕਿ ਇਹਨਾਂ ਦਾ ਨਾਂ ਗੈਂਗਸਟਰ ਦੇ ਨਾਲ ਵੀ ਜੁੜ ਰਿਹਾ ਹੈ। ਆਰਪੀਜੀ ਅਟੈਕ ਮਾਮਲੇ 'ਚ ਵੀ ਦੀਪਕ ਤੇ ਦੀਪਾਂਸ਼ੂ ਦਾ ਨਾਂ ਸਾਹਮਣੇ ਆ ਰਿਹਾ, ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗੇਸ ਹੈ। ਦੇਖੋ ਜੀ, ਅਤੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਨਾਂ ਆਇਆ, ਅਸੀਂ ਇਹਨਾਂ ਨੂੰ ਨੋਮੀਨੇਟ ਕੀਤਾ ਹੈ। ਇਨਫੈਕਟ ਜਿਹੜਾ ਨਛੱਤਰ ਸਿੰਘ ਵਾਲਾ ਆਪਰੇਸ਼ਨ ਸੀ, ਬਹੁਤ ਵਧੀਆ ਆਪਰੇਸ਼ਨ ਪੁਲਿਸ ਦਾ ਹੋਇਆ। ਉਹਦੇ ਵਿੱਚ ਘੱਟ ਤੋਂ ਘੱਟ 25 ਜਿਹੜੇ ਲੰਡਾ ਦੇ ਜਿਹੜੇ ਕੰਟੈਕਟਸ ਹੈਗੇ, ਉਹਦਾ ਨਵਾਂ ਨੈਟਵਰਕ ਐਕਸਪੋਜ਼ ਹੋਇਆ ਹੈ। ਸਾਰਿਆਂ ਨੂੰ ਅਸੀਂ ਨੋਮੀਨੇਟ ਕੀਤਾ ਹੈ ਤੇ ਉਸ ਆਪਰੇਸ਼ਨ ਤੋਂ ਇਹਨਾਂ ਨੂੰ ਬਹੁਤ ਵੱਡੀ ਸੈਟਬੈਕ ਬੈਠੀ। ਅਦਰਵਾਈਜ਼ ਦੇਖੋ ਜੀ, ISI ਦੇ ਡਾਇਰੈਕਸ਼ਨਸ ਤੇ ਜਿਹੜੇ ਬੰਦੇ ਉੱਥੇ ਬੈਠੇ ਹੈਗੇ, ਅਸੀਂ ਤੇ ਉਹਨਾਂ ਨੂੰ ਟੈਰਰਿਸਟ ਸਮਝਦੇ। ਉਹਦੇ ਵਿੱਚ ਭਾਵੇਂ ਇਹ ਗੈਂਗਸਟਰ ਸੀਗੇ, ਇਹਨਾਂ ਦਾ ਪਿਛੋਕੜ, ਸਾਡੇ ਲਈ ਜਿਹੜੇ ਬੰਦੇ ਨੇ ਟੈਰਰਿਸਟ ਕ੍ਰਾਈਮ ਕੀਤਾ ਹੈ, ਹੀ ਇਜ਼ ਅ ਟੈਰਰਿਸਟ ਐਂਡ ਹੀ ਵਿਲ ਬੀ ਟ੍ਰੀਟਡ ਐਜ਼ ਸੱਚ। ਕਿਉਂਕਿ ਪਹਿਲੇ ਤੁਸੀਂ ਦੇਖੋਗੇ ਜਿਵੇਂ ਇਹ ਬਲਾਸਟ ਹੋਏ ਸੀ ਜਾਂ ਜਿਵੇਂ ਆਪਣਾ ਸ਼ਿੰਗਾਰ ਬਲਾਸਟ ਸੀਗਾ, ਉਸ ਤੋਂ ਬਾਅਦ ਸੀਗਾ, ਤੇ ਇਹਨਾਂ ਨੂੰ ਜਿਹੜੇ ਟੈਰਰਿਸਟ ਐਲੀਮੈਂਟਸ ਹੈਗੇ, ਇਹਨਾਂ ਨੂੰ ਰਿਕਰੂਟ ਨਹੀਂ ਮਿਲ ਰਹੇ ਸੀ। ਕਿਉਂਕਿ ਦੇਖੋ, ਜਿਹੜਾ ਪੰਜਾਬ ਦਾ ਯੂਥ ਹੈਗਾ ਉਹ ਟੈਰਰਿਜ਼ਮ ਦੀ ਆਈਡੀਓਲੋਜੀ ਨਾਲ ਨਹੀਂ ਐਸੋਸੀਏਟਡ ਹੈ। ਪਰ ਇੱਕ ਇਹ ਨਾਭਾ ਜੇਲ੍ਹ ਬ੍ਰੇਕ ਦੇ ਵਿੱਚ ਪਹਿਲੀ ਵਾਰੀ 2016 ਦੇ ਵਿੱਚ ਪਹਿਲੀ ਵਾਰੀ ਟੈਰਰਿਸਟ ਗੈਂਗਸਟਰ ਨਿਕਸਸ ਵੇਖਣ 'ਚ ਆਇਆ ਹੈ ਤੇ ਇਹਨਾਂ ਨੂੰ ਗੈਂਗਸਟਰਸ ਨੂੰ ਐਜ਼ ਕੈਨਨ ਫੋਡਰ ਵਰਤਿਆ ਜਾ ਰਿਹਾ ਹੈ। ਇੱਕ ਦੂਜੇ ਦੇਸ਼ ਦੀ ਏਜੰਸੀ ਜਿਹੜੀ ਹੈਗੀ ਇਹਨਾਂ ਨੂੰ ਵਰਤ ਰਹੀ ਹੈਗੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ। ਜਦੋਂ ਅਸੀਂ ਇੰਟਰੋਗੇਸ਼ਨ ਕਰਨੇ, ਕਈ ਗੈਂਗਸਟਰ ਕਹਿੰਦੇ ਜੀ ਠੀਕ ਹੈ ਜੀ ਅਸੀਂ ਗੈਂਗਸਟਰ ਹੈਗੇ, ਗਲਤੀ ਹੋ ਗਈ ਹੈ, ਪਰ ਅਸੀਂ ਐਂਟੀ ਨੈਸ਼ਨਲ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀ ਦੇਖੋ, ਕ੍ਰਿਮੀਨਲ ਹੈ ਜੀ, ਤੇ ਕੁਝ ਗੈਂਗਸਟਰ ਹੈਗੇ ਜੀ। ਕ੍ਰਾਈਮ ਹਲੇ ਤੱਕ ਸਿਰਫ ਬਦਲਾ ਹੀ ਲੱਗਿਆ ਹੈ, ਕੁਝ ਹੋਰ ਵੀ ਹੈ ਮੋਟਿਵ ਆਫ ਕ੍ਰਾਈਮ ਸਰ? ਵੀ ਆਰ ਇਨਵੈਸਟੀਗੇਟਿੰਗ ਜੀ। ਚੜ੍ਹਤ ਬਹੁਤ ਇੰਪੋਰਟੈਂਟ ਹੈ। ਨਹੀਂ, ਮੈਂ ਇੰਟਰੋਗੇਸ਼ਨ ਦਾ ਖੁਲਾਸਾ ਦੇ ਸਕਦਾ ਕਿ ਸਿਰਫ ਤੇ ਕੱਲਾ ਨਛੱਤਰ ਹੈਗਾ who was able to assemble an IED। ਦੇਖੋ ਜੀ, IED ਬਾਹਰੋਂ ਆਂਦੀ ਹੈ। ਸੋ ਇਹ ਜਿਹੜੇ 25 ਬੰਦੇ ਸੀਗੇ, ਇਹ ਬੇਸਿਕਲੀ ਸਪੋਰਟ ਨੈਟਵਰਕ ਸੀ। ਸੋ ਨਨ ਆਫ them can make an IED, ਬਟ this itself is very worrisome ਕਿ ਇੰਡੀਆ ਦੇ ਵਿੱਚ ਬੈਠਾ ਬੰਦਾ ਥਰੂ ਆਨਲਾਈਨ ਟ੍ਰੇਨਿੰਗ ਕਿ ਉਹਨੇ ਐਕਚੁਅਲੀ, ਅਸੀਂ ਜਦੋਂ ਉਹਨੂੰ ਪੁੱਛਗਿੱਛ ਕੀਤੀ ਤਾਂ ਉਹ IED ਬਣਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਬੰਦੇ ਨੈਚੁਰਲੀ ਫਿਰ ਵਰਤੇ ਜਾ ਸਕਦੇ। ਅਗਸਤ 2019 ਤੋਂ ਡਰੋਨ ਡਿਲੀਵਰੀ ਸ਼ੁਰੂ ਹੋਈ। ਦੇਖੋ ਜੀ, BSF ਨੇ ਰੈਦਰ, ਮੈਂ ਐਪਰੀਸ਼ੀਏਟ ਕਰਦਾ, ਚੰਗਾ ਕੰਮ ਕਰਕੇ ਬਾਰਡਰ ਤੇ ਟਾਈਟਨੈਸ ਵਧਾਈ ਹੈ ਜੀ। ਜੇ ਤੁਸੀਂ ਪੂਰਾ ਇੱਕ ਓਵਰਆਲ ਪਰਸਪੈਕਟਿਵ ਦੇਖੋ ਨੈਸ਼ਨਲ ਲੈਵਲ ਤੇ, ਬਿਕੋਜ਼ ਆਫ BSF ਦੀ ਮੁਸਤੈਦੀ ਕਰਕੇ ਇਹ ਡਰੋਨ ਸ਼ੁਰੂ ਹੋਏ ਜੀ। ਇੱਥੇ ਦੇਖੋ, ਚੂਹੇ ਪਿੱਲੀ ਦਾ ਗੇਮ ਹੈ ਜੀ, ਕੈਟ ਐਂਡ ਮਾਊਸ ਗੇਮ ਹੈ। ਵੀ ਪਹਿਲੇ ਰਿਵਰਾਈਨ ਬਾਰਡਰ ਕ੍ਰਾਸਿੰਗਸ ਹੁੰਦੀਆਂ ਸੀ, ਜਦੋਂ ਉੱਥੇ ਸਖਤੀ ਕਰਤੀ, ਹੁਣ ਡਰੋਨ ਸ਼ੁਰੂ ਕਰਤੇ। ਹੁਣ ਇੰਨੀ ਸਖਤੀ ਹੋ ਗਈ ਹੈ ਪੰਜਾਬ ਬਾਰਡਰ ਤੇ ਕਿ ਹੁਣ ਸੀ ਰੂਟ ਜ਼ਿਆਦਾ ਯੂਜ਼ ਹੋ ਰਿਹਾ। ਸੋ ਇਹ ਚੱਲਦਾ ਰਹੂਗਾ। ਉਹਨਾਂ ਨੇ ਆਪਣੇ ਹੱਥਕੰਡੇ ਚੇਂਜ ਕਰਨੇ, ਅਸੀਂ ਆਪਣੀ ਟੈਕਟਿਕਸ ਚੇਂਜ ਕਰਾਂਗੇ ਕਾਊਂਟਰ ਕਰਨ ਲਈ। 95% RDX ਡਿਲੀਵਰੀ ਇਜ਼ ਸਟਿਲ ਥਰੂ ਪੰਜਾਬ ਬਾਰਡਰ। ਐਕਸਪਲੋਸਿਵ ਜਿਹੜਾ ਤੇ ਵੈਪਨ ਮੋਸਟਲੀ ਪੰਜਾਬ ਬਾਰਡਰ ਤੇ ਡਰੋਨਾਂ ਦੇ ਥਰੂ ਆਉਂਦਾ ਹੈ। ਹੈਰੋਇਨ ਜਿਹੜੀ ਹੈਗੀ ਉਹ ਜੰਮੂ ਬਾਰਡਰ ਤੋਂ ਸੀ ਰੂਟ ਤੋਂ ਆਉਂਦੀ। ਸੀ ਰੂਟ ਤੋਂ ਕਿਉਂਕਿ ਅਨਸੇਫ ਹੈ, ਇਹ ਵੱਡੇ ਕੰਟੇਨਰਾਂ ਦੇ ਵਿੱਚ ਆਉਂਦੇ ਜੀ। ਸੋ ਮੇਬੀ ਦੇ ਫੀਲ ਕਿ ਕਿਤੇ ਜੇ ਟਰੈਪ ਹੋ ਗਿਆ, ਕਿਸੇ ਹੋਰ ਨੇ ਵਰਤ ਲਏ। ਸੋ ਹਾਲੇ ਅਸਲੇ ਲਈ ਅਦਰਵਾਈਜ਼ ਰਿਕਵਰੀਜ਼ ਹੋਈਆਂ ਹੈ। ਸੀ ਰੂਟ ਤੋਂ ਵੀ ਅਸਲਾ ਆਇਆ ਹੈ, ਜੰਮੂ ਬਾਰਡਰ ਤੋਂ ਵੀ ਅਸਲਾ ਆਇਆ ਹੈ, ਬਟ ਅਦਰਵਾਈਜ਼ ਮੋਸਟਲੀ ਜਿਹੜੇ ਐਕਸਪਲੋਸਿਵਸ ਹੈਗੇ ਉਹ ਪੰਜਾਬ ਬਾਰਡਰ ਤੋਂ ਹੀ ਆਉਂਦੇ ਆ। ਟਾਰਗੇਟਡ ਉਹਨਾਂ ਦੇ ਡਰੋਨ ਡਿਲੀਵਰੀ ਜ਼ੋਨਸ ਹੈਗੇ, ਉੱਥੇ ਹੀ ਡਰੋਨ ਲੈਂਡ ਕਰਦੇ ਜੀ। ਬਹੁਤ ਜ਼ਿਆਦਾ ਜੀ। ਅਤੇ ਮਤਲਬ ਇਸ ਸਾਲ ਹੀ ਨਹੀਂ ਜੀ, ਇਸ ਸਾਲ ਹੀ ਜਿਹੜੀ ਮਤਲਬ ਮਾਈ ਫਿਗਰਸ ਮੇ ਬੀ ਆਊਟਡੇਟਡ, ਆਈ ਥਿੰਕ 125 ਦੇ ਕਰੀਬ ਡਰੋਨ ਸੌਟੀਜ਼ ਆਈਆਂ, ਜਿਹੜੀ ਪਿਛਲੇ ਸਾਲ ਤੋਂ 1.5 ਗੁਣਾ ਜ਼ਿਆਦਾ ਹੈ। ਸੋ ਦੇਰ ਇਜ਼ ਅ ਇਨਕਰੀਜ਼ ਆਫ 50%। ਜੇ ਪਿਛਲੇ ਸਾਲ 80 ਦੇ ਕਰੀਬ ਆਈਆਂ ਹੋਣੀ, ਹੁਣ 120 123। ਅਦਰਵਾਈਜ਼ BSF ਨੇ ਵੀ ਕਾਫੀ ਜਿਹੜਾ ਆਪਣਾ ਟੈਕਨੀਕਲ ਸਿਸਟਮ ਕਾਫੀ, ਮੈਂ ਬਹੁਤ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲ ਸਕਦਾ, ਤੇ ਮੈਨੀ ਡਰੋਨਸ ਹੈਵ ਬੀਨ ਨਿਊਟਰਲਾਈਜ਼ਡ ਆਲਸੋ। ਬਟ ਅਗੇਨ ਇਟਸ ਅ ਮਤਲਬ ਟੈਕਨੀਕਲ ਗੇਮ ਹੈਗੀ ਜੀ ਦੋਵੇਂ ਪਾਸੇ। ਦੇਖੋ ਜੀ, ਅਸੀਂ ਨਿਰੰਤਰ ਜਿਹੜੇ ਦੋਵੇਂ ਫਰੰਟ ਤੇ ਅਸੀਂ ਟਾਰਗੇਟ ਹਾਰਡਨਿੰਗ ਵੀ ਕਰਦੇ ਪਏ ਹੈਗੇ, ਤੇ ਅਸੀਂ ਐਕਟਿਵਲੀ, ਜਿਸ ਤੇ ਅਸੀਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਪ੍ਰੋਐਕਟਿਵ ਤਰੀਕੇ ਨਾਲ ਇਹਨਾਂ ਦੇ ਮਗਰ ਪੈ ਕੇ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਜਿਵੇਂ ਬਾਨ ਸਾਹਿਬ ਦੀ ਟੀਮ ਜਿਹੜੀ ਹੈਗੀ ਦੇ ਕੋਆਰਡੀਨੇਟ, ਜਿਹੜਾ ਅਸੀਂ ਕੰਮ ਕੀਤਾ ਹੈ ਕਿ ਹਰ ਪੁਲਿਸ ਸਟੇਸ਼ਨ ਲੈਵਲ ਤੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ, UAPA ਦੇ ਵਿੱਚ ਜਾਂ ਗੈਂਗਸਟਰ ਦੇ ਕੇਸਿਸ, ਐਕਸਪਲੋਸਿਵ ਐਕਟ ਦੇ, ਐਕਸਟੋਰਸ਼ਨ ਦੇ ਕੇਸਿਸ, ਉਹਨਾਂ ਸਾਰਿਆਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਅਸੀਂ ਐਕਟੀਵੇਟ ਕਰ ਰਹੇ ਪੁਲਿਸ ਨੂੰ ਥਾਣੇ ਲੈਵਲ ਤੇ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਰੱਖੋ, ਵੀ ਤੁਸੀਂ ਵੀ ਕਿ ਜਿਹੜਾ ਗੈਂਗਸਟਰਸ ਤੇ ਕਾਬੂ ਕਰਨਾ ਇਹ ਜਿਹੜਾ ਹੈਗਾ ਇਹ ਹਰ SHO ਦਾ, ਹਰ ਪੁਲਿਸ ਅਫਸਰ ਦਾ ਕੰਮ ਹੈ। ਇਨਫੈਕਟ ਮੈਂ ਦੱਸਣਾ ਚਾਹਾਂਗਾ ਕਿ ਪਿੱਛੇ CM ਸਾਹਿਬ ਨੇ SSPs ਨਾਲ ਮੀਟਿੰਗ ਲਈ ਸੀ ਗਰੁੱਪਸ ਦੇ ਵਿੱਚ। ਸੋ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਵੀ ਸ਼ੁੱਡ ਫੋਲੋ ਬਾਟਮਸ ਅਪ ਅਪਰੋਚ ਐਂਡ ਟਾਪ ਡਾਊਨ ਅਪਰੋਚ ਬੋਥ। ਜਨਰਲੀ ਸਾਡਾ ਟਾਪ ਡਾਊਨ ਹੁੰਦਾ ਹੈ ਕਿ ਜੀ AGTF ਨੂੰ ਇਨਫੋਰਮੇਸ਼ਨ ਮਿਲੀ, ਇਹਨਾਂ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰ ਲਿਆ। ਅਸੀਂ ਚਾਹੁੰਦੇ ਕਿ ਥੱਲੇੋਂ ਸਾਰਿਆਂ ਨੂੰ ਐਕਟੀਵੇਟ ਕਰੋ ਕਿ ਹਰ SHO ਐਮਪਾਵਰਡ ਫੀਲ ਕਰੇ, ਉਹ ਆਪਣੇ ਏਰੀਆ ਦੇ ਵਿੱਚ ਗੈਂਗਸਟਰਸ ਤੇ ਨਿਗਰਾਨੀ ਰੱਖੇ, ਸੋਰਸਿਸ ਬਣਾਏ, ਸੋ ਦੈਟ ਅਸੀਂ ਜੜ ਤੋਂ ਇਸ ਨੂੰ ਉਖਾੜ ਤਾਂ ਹੀ ਸਕਦੇ ਹਾਂ ਜੀ, ਜੇ ਸਾਰੀ ਪੁਲਿਸ ਐਕਟਿਵ ਹੋ ਕੇ ਪੰਜਾਬ ਪੁਲਿਸ ਇਸ ਤੇ ਪਏਗੀ। ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਨੂੰ ਦੀਪਕ ਮੋਦੀ? 6 ਦਿਨ ਦਾ ਰਿਮਾਂਡ ਮਿਲਿਆ ਜੀ।